अजीत वैब टीवी देख रहे हो दोस्तों। मैं हाँ स्वर्ण सिंह टैणा ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ ਹਾਜ਼ਰ ਹਾਂ। ਬਹੁਤ ਸਾਰੀਆਂ ਖਬਰਾਂ ਨੇ ਜਿਹਦੇ ਵਿੱਚੋਂ ਪਹਿਲੀ ਜਾਣਕਾਰੀ ਇਹ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਲੰਘੇ ਕੱਲ ਪਹਿਲੇ ਦਿਨ ਦੇ ਮੌਕੇ 11 ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਸ ਤੋਂ ਬਾਅਦ 2 ਵਜੇ ਤੱਕ ਦੇ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਫਿਰ ਜਦੋਂ ਕਾਰਵਾਈ ਸ਼ੁਰੂ ਹੋਈ ਤੇ ਜੋ ਕੁਝ ਆਮ ਤੌਰ ਦੇ ਉੱਤੇ ਹੁੰਦਾ ਉਹੀ ਕੁਝ ਹੋਇਆ ਤੇ ਹੁੰਦੀ ਨੂਰਾ ਕੁਸ਼ਤੀ ਹੈ। क्योंकि उत्थे आम आदमी पार्टी दे वल्लों यह गल कही गई कि असी ला एंड आर्डर की स्थिति मजबूत की हुई है तो कांग्रेस ते अकाली दल के वल्लों यह गल कही गई कि पंजाब दे विच ला एंड आर्डर की स्थिति बिल्कुल कमज़ोर हो गई है, लगातार कतल हो रहे हैं। तो राजा वड़िंग ने ते प्रताप सिंह बाजवा होरां ने यह मुद्दा चुक्या कि पंजाब दे विच हर रोज़ कई लोगों को जानों मारन दीयां धमकियां मिल रही ਜਾਂ ਫਿਰ ਫਰੌਤੀ ਦੇ ਲਈ ਮੰਗ ਕੀਤੀ ਜਾ ਰਹੀ ਹੈ। ਕੋਈ 10 ਲੱਖ ਮੰਗਦਾ, ਕੋਈ 5 ਲੱਖ, ਕੋਈ 2.5 ਲੱਖ, ਕੋਈ 15 ਲੱਖ। ਇਸ ਤਰੀਕੇ ਦੇ ਨਾਲ ਰਾਜਾ ਵੜਿੰਗ ਨੇ ਵੀ ਗੱਲ ਕਹੀ ਕਿ ਮੁਕਤਸਰ ਸਾਹਿਬ ਦੇ ਵਿੱਚ ਇੱਕ ਵਪਾਰੀ ਦੇ ਵੱਲੋਂ, ਇੱਕ ਕਾਰੋਬਾਰੀ ਦੇ ਵੱਲੋਂ 10 ਲੱਖ ਰੁਪਈਆ ਉਸ ਬੰਦੇ ਦੇ ਖਾਤੇ 'ਚ ਪਾ ਵੀ ਦਿੱਤਾ ਗਿਆ ਜਿਹੜੇ ਵੱਲੋਂ ਧਮਕੀ ਦਿੱਤੀ ਗਈ ਸੀ। ਉਹ ਕੌਣ ਆ, ਇਹ ਕਿਉਂ ਮੰਗੀਆਂ ਜਾ ਰਹੀਆਂ ਫਰੌਤੀਆਂ, ਇਹਦੇ ਬਾਬਤ ਜੇਕਰ ਸੂਬੇ ਦੀ ਸਰਕਾਰ ਕੁਝ ਨਾ ਕਰੂ ਤਾਂ ਹੋਰ ਕੌਣ ਕਰੂ। ਉਸ ਤੋਂ ਬਾਅਦ ਥੋੜਾ ਜਿਹਾ ਮਾਹੌਲ ਤਲਖ ਕਲਾਮੀ ਵਾਲਾ ਹੋਇਆ ਤੇ ਕਾਂਗਰਸੀਆਂ ਨੇ ਵਾਕਆਊਟ ਕੀਤਾ ਤੇ ਅੱਜ ਵਿਧਾਨ ਸਭਾ ਦਾ ਸੈਸ਼ਨ ਇਸ ਵੇਲੇ ਜਦੋਂ ਅਸੀਂ ਤੁਹਾਡੇ ਨਾਲ ਇਹਨਾਂ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਫਿਰ ਚੱਲ ਰਿਹਾ। 27 ਤਰੀਕ ਨੂੰ ਪੰਜਾਬ ਦਾ ਬਜਟ ਪੇਸ਼ ਹੋਣਾ, 30 ਤਰੀਕ ਤੱਕ ਇਹ ਬਜਟ ਸੈਸ਼ਨ ਚੱਲਣਾ। ਇਹਦੇ ਵਿੱਚ ਕੀ ਮਹੱਤਵਪੂਰਨ ਨੁਕਤੇ ਉੱਠਣਗੇ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਕੱਲ ਓਪੀ ਸੋਨੀ ਸਾਹਿਬ ਜਿਹੜੇ ਕਿ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਆ ਉਹਨਾਂ ਦੇ ਵੱਲੋਂ ਸਫਾਈ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਤੇ ਕੁਝ ਕੁ ਸ਼ਰੀਕੇ ਭਾਈਚਾਰੇ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ 2200 ਤੇ 50 ਕਰੋੜ ਰੁਪਏ ਦਾ ਕਰੋਨਾ ਵਾਇਰਸ ਦੇ ਮੌਕੇ ਪੰਜਾਬ ਦੀ ਸਰਕਾਰ ਨੇ ਸੈਨੀਟਾਈਜ਼ਰ ਖਰੀਦਿਆ ਸੀ, ਯਾਨੀ ਕਿ ਉਦੋਂ ਕਾਂਗਰਸ ਦੀ ਸਰਕਾਰ ਨੇ ਖਰੀਦਿਆ। ਉਹ ਕਹਿੰਦੇ 2 ਕਰੋੜ ਤੇ 50 ਲੱਖ ਰੁਪਏ ਦਾ ਖਰੀਦਿਆ ਸੀ, ਨਾ ਕਿ 2250 ਕਰੋੜ ਰੁਪਏ ਦਾ। ਤੇ ਕੋਈ ਇਹਦੇ ਵਿੱਚ ਹੇਰਾਫੇਰੀ ਨਹੀਂ ਹੋਈ। ਜਿਹੜੇ ਭਾਅ ਦੇ ਉੱਤੇ ਜਿਹੜੀ ਕੰਪਨੀ ਦੇ ਕੋਲੋਂ ਕੇਂਦਰ ਦੀ ਸਰਕਾਰ ਨੇ ਸੈਨੀਟਾਈਜ਼ਰ ਖਰੀਦਿਆ ਉਸੇ ਭਾਅ ਦੇ ਉੱਤੇ ਅਸੀਂ ਖਰੀਦਿਆ। ਉਦੋਂ ਸੈਨੀਟਾਈਜ਼ਰ ਮਹਿੰਗਾ ਸੀ, ਬਾਅਦ ਦੇ ਵਿੱਚ ਸਸਤਾ ਵੀ ਹੋਇਆ। ਇਹਦੇ ਵਿੱਚ ਇੱਕ ਦੁੱਕੀ ਦੀ ਕੋਈ ਹੇਰਾਫੇਰੀ ਨਹੀਂ ਤੇ ਜਾਣਬੁੱਝ ਕੇ ਇਲਜ਼ਾਮਬਾਜ਼ੀ ਨਾ ਕੀਤੀ ਜਾਵੇ। ਉਧਰ ਰਾਜਾ ਵੜਿੰਗ ਦੇ ਉੱਤੇ ਕਾਫੀ ਤਿੱਖੇ ਇਲਜ਼ਾਮ ਲੱਗੇ, ਕਥਿਤ ਤੌਰ ਦੇ ਉੱਤੇ ਇਲਜ਼ਾਮ ਲੱਗੇ ਭ੍ਰਿਸ਼ਟਾਚਾਰ ਦੇ। ਹਾਲਾਂਕਿ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਆਉਂਦੇ ਸਮੇਂ 'ਚ ਪੜਤਾਲ ਦਾ ਵਿਸ਼ਾ। ਦੋਸ਼ ਇਹ ਲੱਗੇ ਆ ਕਿ 30 ਕਰੋੜ ਤੇ ਕੁਝ ਲੱਖ ਰੁਪਏ ਦੀ ਕਥਿਤ ਹੇਰਾਫੇਰੀ ਹੋਈ ਹੈ। ਉਹ ਕਿਵੇਂ? ਕਿਉਂਕਿ ਰਾਜਾ ਵੜਿੰਗ ਜਦੋਂ 3 ਮਹੀਨੇ ਵਾਸਤੇ ਬਣੇ ਸੀ, ਲਗਭਗ 3 ਮਹੀਨੇ ਵਾਸਤੇ ਟਰਾਂਸਪੋਰਟ ਮੰਤਰੀ, ਉਦੋਂ ਉਹਨਾਂ ਨੇ ਲਗਭਗ 850 ਤੋਂ 800 ਤੋਂ ਵੱਧ ਲਗਭਗ 840 ਬੱਸਾਂ ਜਿਹੜੀਆਂ ਉਹ PRTC ਦੇ ਬੇੜੇ ਦੇ ਵਿੱਚ ਪਾਈਆਂ ਸੀ। ਉਹਨਾਂ ਨੇ ਬੋਡੀ ਜਿਹੜੀਆਂ ਬਣਵਾਈਆਂ ਉਹ ਜੈਪੁਰ ਤੋਂ ਬਣਵਾਈਆਂ, ਰਾਜਸਥਾਨ ਦੇ ਵਿੱਚੋਂ। ਇੱਕ ਬੋਡੀ ਦੇ ਪਿੱਛੇ ਕਹਿੰਦੇ ਵੀ 3-4 4.5 ਲੱਖ ਰੁਪਈਆ ਵੱਧ ਖਰਚਿਆ ਗਿਆ। ਤੇ RTI ਪਾਈ ਗਈ ਹੈ ਜਿਸ ਤਰੀਕੇ ਦੇ ਨਾਲ ਦੀਪ ਬੱਸ ਸਰਵਿਸ ਵਾਲਿਆਂ ਦੇ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਜਾ ਵੜਿੰਗ ਨੇ ਗਲਤ ਕੁਝ ਕੀਤਾ, ਇਹਦੇ ਵਿੱਚ ਹੇਰਾ ਫੇਰੀਆਂ ਨੇ, ਕਿਉਂਕਿ ਇਹਦੇ ਪਿੱਛੇ ਉਹਨਾਂ ਦੇ ਵੱਲੋਂ ਪੈਸੇ ਕਮਾਏ ਗਏ ਆ। ਉਹ ਕਿਵੇਂ? ਉਹਨਾਂ ਨੇ RTI ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਜੀ ਕਿ ਸਰਕਾਰ ਨੇ ਕੋਟੇਸ਼ਨਾਂ ਵੀ ਲੈ ਲਈਆਂ ਸੀ ਪੰਜਾਬ ਦੀਆਂ ਕੁਝ ਕੰਪਨੀਆਂ ਦੇ ਕੋਲੋਂ। ਕਿਸੇ ਨੇ ਕਿਹਾ ਜੀ 8,25,000 'ਚ, ਕਿਸੇ ਨੇ ਕਿਹਾ ਜੀ 8,40,000 ਦੇ ਵਿੱਚ ਇੱਕ ਅਸੀਂ ਬੱਸ ਦੀ ਬੋਡੀ ਤਿਆਰ ਕਰਦੇ ਹਾਂ। ਜਦੋਂ ਪੰਜਾਬ 'ਚੋਂ ਬੋਡੀ ਸਸਤੀ ਹੋ ਜਾਂਦੀ ਹੈ ਤਾਂ ਫਿਰ ਜਾ ਕੇ ਰਾਜਸਥਾਨ ਦੇ ਵਿੱਚੋਂ ਕਿਉਂ ਤਿਆਰ ਕਰਵਾਈਆਂ ਗਈਆਂ? ਜੇ ਆਪਾਂ ਨੂੰ ਇੱਕ ਬੱਸ ਦੇ ਪਿੱਛੇ 3-4-5 ਲੱਖ ਰੁਪਏ ਦੀ ਇੱਥੇ ਸਸਤੀ ਪੈਂਦੀ ਹੈ ਤਾਂ ਫਿਰ ਆਪਾਂ ਲਗਭਗ 850 ਬੱਸਾਂ ਦੀਆਂ ਬੋਡੀ ਉੱਥੇ ਤੋਂ ਤਿਆਰ ਕਰਵਾਈਆਂ। ਸੋ ਇਸ ਮਾਮਲੇ ਦੇ ਉੱਤੇ ਹੁਣ ਚਰਚਾ ਛਿੜੀ ਹੈ ਤੇ ਇਹ ਵੀ ਗੱਲ ਕਹੀ ਗਈ ਹੈ ਕਿ 1.5 ਕਰੋੜ ਦੇ ਕਰੀਬ ਪੈਸਾ ਲੱਗਾ ਉਹਨਾਂ ਬੱਸਾਂ ਦੇ ਆਉਣ ਜਾਣ ਦੇ ਉੱਤੇ, ਪੰਜਾਬ ਤੋਂ ਰਾਜਸਥਾਨ ਦੇ ਵਿੱਚ ਜਾਣ ਆਉਣ ਦੇ ਉੱਤੇ, ਤੇਲ ਦੇ ਖਰਚੇ ਦੇ ਉੱਤੇ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਈਆਂ। ਸੋ ਵਕਤ ਦੱਸੂਗਾ ਜੀ ਕਿ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ 'ਚ ਕੀ ਬਣਦਾ। ਪਰ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਕਿ ਇੱਕ ਪੈਸੇ ਦਾ ਮੈਂ ਰਵਾਂਦਾਰ ਨਹੀਂ, ਇਹ ਸਾਰੇ ਦੋਸ਼ ਮੇਰੇ ਉੱਤੇ ਬੇਬੁਨਿਆਦ ਲੱਗ ਰਹੇ ਆ, ਕਾਂਗਰਸ ਨੂੰ ਨਿਸ਼ਾਨੇ ਦੇ ਉੱਤੇ ਲੱਗ ਰਹੇ ਆ ਰੱਖ ਕੇ। ਤੇ ਉਹਨਾਂ ਨੇ ਕਿਹਾ ਜੀ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਪੜਤਾਲ ਵਾਸਤੇ ਮੈਂ ਤਿਆਰ ਹਾਂ, ਤੁਸੀਂ ਕੁਛ ਨਾ ਕੁਛ ਕੱਢ ਕੇ ਲਿਆਓ ਸਹੀ ਤੇ ਮੈਂ ਹਾਜ਼ਰ ਹਾਂ। ਇਸ ਤੋਂ ਇਲਾਵਾ ਜੇ ਗੱਲ ਕਰਦੇ ਹਾਂ ਕਿ ਪਿਛਲੇ ਦਿਨੀ ਭਗਵੰਤ ਮਾਨ ਨੇ ਸੰਗਰੂਰ ਦੇ ਵਿੱਚ ਪ੍ਰਚਾਰ ਦੇ ਮੌਕੇ ਇਹ ਗੱਲ ਕਹੀ ਸੀ ਜੀ ਕਿ ਸੁਖ ਵਿਲਾਸ ਹੋਟਲ ਆ ਜਿਹੜਾ, ਇਹਦੇ ਵਿੱਚ ਵੀ ਕਥਿਤ ਤੌਰ ਦੇ ਉੱਤੇ ਬੇਨਿਯਮੀਆਂ ਵਰਤੀਆਂ ਗਈਆਂ, ਭ੍ਰਿਸ਼ਟਾਚਾਰ ਹੋਇਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੋ ਇੱਥੇ ਜੰਗਲਾਤ ਵਿਭਾਗ ਦਾ ਏਰੀਆ ਹੋਣ ਦੇ ਕਰਕੇ ਇੱਥੇ ਕੋਈ ਉਸਾਰੀ ਨਹੀਂ ਹੋ ਸਕਦੀ, ਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੋਟਲ ਦੀ ਉਸਾਰੀ ਕੀਤੀ ਗਈ ਹੈ। ਇੱਥੇ ਕੈਬਨਿਟ ਦੀ ਮੀਟਿੰਗ ਸੱਦ ਕੇ ਉਹ ਸਾਰੇ ਨਿਯਮ ਬਦਲ ਦਿੱਤੇ ਗਏ ਸੀ, ਪਰ ਜਦੋਂ ਹੋਟਲ ਦੀ ਆਖਰੀ ਇੱਟ ਲੱਗ ਗਈ ਤਾਂ ਪਹਿਲਾਂ ਵਾਲੀ ਥਾਂ ਦੇ ਉੱਤੇ ਨਿਯਮ ਫੇਰ ਲਿਆਂਦੇ ਵੀ ਕੋਈ ਹੋਰ ਨਾ ਉਸਾਰੀ ਕਰ ਸਕੇ। ਤੇ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲੇ ਫਾਈਲ ਆ ਗਈ ਹੈ ਤੇ ਅਸੀਂ ਇਹਦੀ ਪੜਤਾਲ ਕਰਾਂਗੇ। ਇਹਦੇ ਉੱਤਰ ਦੇ ਰੂਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਲੇਟ ਨਾ ਹੋਇਓ, ਕਾਰਵਾਈ ਛੇਤੀ ਕਰਿਓ।
ਲੇਟ ਨਾ ਹੋਇਓ, ਅਸੀਂ ਉਡੀਕ ਰਹੇ ਹਾਂ, ਤੁਸੀਂ ਫਾਈਲਾਂ ਕਢਵਾ ਲਓ। ਅਸੀਂ ਕੁਝ ਵੀ ਬੇਨਿਯਮੀਆਂ ਮੁਤਾਬਕ ਨਹੀਂ ਕੀਤਾ, ਅਸੀਂ ਸਭ ਕੁਝ ਕੀਤਾ ਕਾਨੂੰਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ, ਸਹੀ ਤਰੀਕੇ ਦੇ ਨਾਲ। ਕੋਈ ਭ੍ਰਿਸ਼ਟਾਚਾਰ, ਕੋਈ ਇੱਥੇ ਨਿਯਮਾਂ ਸ਼ਰਤਾਂ ਦੀ ਉਲੰਘਣਾ ਨਹੀਂ ਹੋਈ। ਜੇਕਰ ਤੁਹਾਡੇ ਕੋਲੇ ਕੋਈ ਸਬੂਤ ਹੈ ਤੁਸੀਂ ਕਾਰਵਾਈ ਕਰ ਲਓ। ਮਤਲਬ ਇਹ ਆ ਵੀ ਇਸ ਵਕਤ ਸਾਬਕਾ ਮੰਤਰੀ, ਭਾਵੇਂ ਉਹ ਅਕਾਲੀ ਦਲ ਦੇ ਆ ਤੇ ਭਾਵੇਂ ਉਹ ਕਾਂਗਰਸ ਦੇ ਆ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਵਿਜੀਲੈਂਸ ਦੇ ਰਡਾਰ ਦੀਆਂ ਖਬਰਾਂ ਆ ਰਹੀਆਂ। ਸਮਾਂ ਬਿਆਨ ਕਰੂਗਾ ਕਿ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਤੇ ਕੀ ਨਹੀਂ ਬਣਦਾ। ਇਹਦੇ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ ਜਿਹੜੇ ਹੈਗੇ ਨੇ ਆਪਾਂ ਜਾਣਦੇ ਹਾਂ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਜਨਾਬ ਪ੍ਰਮੋਦ ਬਾਣ ਸਾਹਿਬ, ਉਹਨਾਂ ਨੇ ਲੰਘੇ ਕੱਲ੍ਹ ਇਹ ਜਾਣਕਾਰੀ ਦਿੱਤੀ ਹੈ ਕਿ ਜੋ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਇਹਦੇ ਪਿੱਛੇ ਸ਼ੁਰੂਆਤ ਸਾਜ਼ਿਸ਼ ਦੀ ਵੀ ਲਾਰੈਂਸ ਬਿਸ਼ਨੋਈ ਤੋਂ ਹੋਈ ਹੈ ਤੇ ਸਮਾਪਤੀ ਵੀ ਉਹਦੇ ਵੱਲੋਂ ਹੀ ਹੋਈ ਹੈ। ਤੇ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਦੇ ਵੱਲੋਂ ਆਪਣੇ ਭਾਣਜੇ ਤੇ ਆਪਣੇ ਇੱਕ ਹੋਰ ਰਿਸ਼ਤੇਦਾਰ ਨੂੰ ਵਿਦੇਸ਼ ਦੇ ਵੱਲ ਨਕਲੀ ਜਾਂ ਜਾਲੀ ਪਾਸਪੋਰਟ ਦੇ ਆਧਾਰ ਦੇ ਉੱਤੇ ਭੇਜ ਦਿੱਤਾ ਗਿਆ, ਇਹ ਬੜੀ ਚਿੰਤਾਜਨਕ ਗੱਲ ਹੈ। ਤੇ ਇਹ ਵੀ ਗੱਲ ਕਹੀ ਗਈ ਹੈ ਕਿ 4 ਸ਼ਾਰਪ ਸ਼ੂਟਰ ਫੜਨੇ ਹਾਲੇ ਬਾਕੀ ਹੈ, ਪਰ ਬਾਕੀਆਂ ਦੀ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਇਹ ਜਿਹੜੀ ਸਾਜ਼ਿਸ਼ ਹੈ ਇਹ ਅਗਸਤ ਮਹੀਨੇ ਦੇ ਵਿੱਚ ਪਿਛਲੇ ਸਾਲ ਤੋਂ ਘੜਦੀ ਸ਼ੁਰੂ ਕਰ ਦਿੱਤੀ ਗਈ ਸੀ। ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਲਾਰੈਂਸ ਗਰੁੱਪ ਦੇ ਨਿਸ਼ਾਨੇ ਦੇ ਉੱਤੇ ਸਿੱਧੂ ਮੂਸੇਵਾਲਾ ਸੀ ਤੇ ਇਸੇ ਕਰਕੇ ਉਹਨਾਂ ਦੇ ਵੱਲੋਂ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ। 29 ਮਈ ਨੂੰ ਕਤਲ ਹੋਇਆ, ਪਰ ਇਹ 27 ਮਈ ਨੂੰ ਵੀ ਕਤਲ ਕਰਨ ਦੇ ਚਾਹਵਾਨ ਸੀ, ਪਰ ਉਸ ਦਿਨ ਇਹ ਸਫਲ ਨਹੀਂ ਹੋਏ। ਸੋ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਣੀ ਚੌਕਸੀ, ਅਸੀਂ ਆਪਣੀ ਮੁਸਤੈਦੀ ਨਾਲ ਕਾਰਵਾਈ ਕਰ ਰਹੇ ਹਾਂ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਹੈ ਵੀ ਇਸ ਕਤਲकांड ਦੇ ਮਾਮਲੇ ਦੇ ਵਿੱਚ ਮਨਕੀਰਤ ਔਲਖ ਦਾ ਨਾਂ ਕਈ ਵਾਰ ਗੂੰਜਿਆ। ਮਨਕੀਰਤ ਔਲਖ ਨੇ ਕਤਲ ਕਰਵਾਇਆ ਹੋ ਸਕਦਾ, ਮਨਕੀਰਤ ਔਲਖ ਦੂਜੇ ਗੈਂਗ ਗਰੁੱਪ ਨਾਲ ਜੁੜਿਆ ਹੋ ਸਕਦਾ, ਲਾਰੈਂਸ ਬਿਸ਼ਨੋਈ ਗਰੁੱਪ ਦਾ ਨੇੜਲਾ। ਮਨਕੀਰਤ ਔਲਖ ਹੀ ਸੁਨੇਹੇ ਪਹੁੰਚਾਉਂਦਾ ਹੋ ਸਕਦਾ, ਮਨਕੀਰਤ ਔਲਖ ਹੀ ਫਰੌਤੀਆਂ ਲੈ ਕੇ ਅੱਗੇ ਗਰੁੱਪਾਂ ਤੱਕ ਪਹੁੰਚਾਉਂਦਾ ਹੋ ਸਕਦਾ। ਇਹੋ ਜਿਹੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਚੱਲੀਆਂ। ਹਾਲਾਂਕਿ ਸਬੂਤ ਇਸ ਮੁਤਲਕ ਕਿਸੇ ਕੋਲੇ ਕੋਈ ਨਹੀਂ ਸੀ, ਪਰ ਸਭ ਨੇ ਆਪੋ ਆਪਣਾ ਯੋਗਦਾਨ ਇਹਦੇ ਵਿੱਚ ਪਾਇਆ ਵੀ ਭਾਈ ਇਉਂ ਨਹੀਂ ਐਂ ਹੋ ਗਿਆ ਹੋਣਾ, ਆਹ ਨਹੀਂ ਇਉਂ ਹੋ ਗਿਆ ਹੋਣਾ। ਪਰ ਹੁਣ ਪ੍ਰਮੋਦ ਬਾਣ ਸਾਹਿਬ ਨੇ ਗੱਲ ਕਹੀ ਹੈ, ਜਿਹੜੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕੀਤੀ, ਮਨਕੀਰਤ ਔਲਖ ਦੀ ਭੂਮਿਕਾ ਦੀ ਪੜਤਾਲ ਕੀਤੀ ਸਿੱਧੂ ਦੇ ਕਾਂਡ ਦੇ ਵਿੱਚ, ਪਰ ਸਾਨੂੰ ਇਸ ਪੜਤਾਲ ਦੇ ਵਿੱਚ ਕੋਈ ਭੂਮਿਕਾ ਨਜ਼ਰ ਨਹੀਂ ਆਈ, ਜਿਹਦੇ ਕਰਕੇ ਮਨਕੀਰਤ ਔਲਖ ਨੂੰ ਅਸੀਂ ਕਲੀਨ ਚਿੱਟ ਦਿੰਦੇ ਹਾਂ। ਇਹ ਮਨਕੀਰਤ ਔਲਖ ਦੇ ਲਈ ਬਹੁਤ ਵੱਡੀ ਰਾਹਤ ਵਾਲੀ ਖਬਰ ਹੈ। ਉਹਦਾ ਕਾਰਨ ਇਹ ਆ ਕਿਉਂਕਿ ਪਿਛਲੇ ਕਈ ਹਫ਼ਤਿਆਂ ਤੋਂ ਮਨਕੀਰਤ ਔਲਖ ਨਿਸ਼ਾਨੇ ਦੇ ਉੱਤੇ ਸੀ ਤੇ ਅਸੀਂ ਵੀ ਉਹ ਵੀਡੀਓ ਦੇਖੀਆਂ ਜਿਹਦੇ ਵਿੱਚ ਜੇਲ੍ਹ ਦੇ ਵਿੱਚ ਮਨਕੀਰਤ ਔਲਖ ਪ੍ਰੋਗਰਾਮ ਲਾ ਰਿਹਾ। ਫਿਰ ਇੱਕ ਹੋਰ ਵੀਡੀਓ ਦੇਖੀ ਜਿਹਦੇ ਵਿੱਚ ਫੋਟੋਆਂ ਦੇਖੀਆਂ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਜੱਫੀ ਪਾ ਕੇ ਖੜਾ। ਫਿਰ ਉਹ ਵੀ ਵੀਡੀਓ ਦੇਖੀ ਜਿਹਦੇ ਵਿੱਚ ਉਹਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਦੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਉਹ ਪ੍ਰੋਗਰਾਮ ਦੇ ਵਿੱਚ ਦੋਨੋਂ ਜਾਣੇ ਨੇ। ਸੋ ਇਹ ਗੱਲਾਂ ਨੇ ਜਿਹੜੀਆਂ ਉਹਦੇ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਛਿੜੀ ਕਿ ਮਨਕੀਰਤ ਨੇ ਇਹ ਕਰਾਇਆ ਹੋ ਸਕਦਾ, ਮਨਕੀਰਤ ਨੇ ਆਹ ਕਰਾਇਆ ਹੋ ਸਕਦਾ। ਪਤਾ ਨਹੀਂ ਵਿਚਲਾ ਕਸੂਰਵਾਰ ਕੌਣ ਹੁੰਦਾ ਕੌਣ ਨਹੀਂ, ਪਰ ਕਲੀਨ ਚਿੱਟ ਮਿਲ ਗਈ ਹੈ। ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਮਨਕੀਰਤ ਔਲਖ ਨੇ ਪਿਛਲੇ ਦਿਨੀ ਭਾਰਤ ਨੂੰ ਛੱਡਤਾ ਸੀ, ਜਾਂ ਕਹਿ ਲਈਏ ਭਾਰਤ ਦੇ ਵਿੱਚੋਂ ਚਲਾ ਗਿਆ ਸੀ ਵਿਦੇਸ਼ ਦੇ ਵਿੱਚ ਵਿਆਹ ਜਾ ਕੇ, ਕਿਉਂਕਿ ਉਹਦੇ ਵੱਲੋਂ ਇਹ ਵੀ ਸਫਾਈ ਦਿੱਤੀ ਗਈ ਸੀ ਵੀ ਮੈਂ ਕਦੇ ਇਹੋ ਜਿਹਾ ਕੰਮ ਕਰਾਉਣ ਦੇ ਬਾਰੇ ਸੋਚ ਵੀ ਨਹੀਂ ਸਕਦਾ। ਸਿੱਧੂ ਮੂਸੇਵਾਲਾ ਸਾਡਾ ਸਤਿਕਾਰਯੋਗ ਭਰਾ ਸੀ, ਚੰਗਾ ਕਲਾਕਾਰ ਸੀ, ਤੇ ਕੁਝ ਲੋਕਾਂ ਦੇ ਵੱਲੋਂ ਬੇਲੋੜੀਆਂ ਗੱਲਾਂ, ਖਾਸ ਕਰਕੇ ਮੀਡੀਆ ਦੇ ਵੱਲੋਂ ਬੇਲੋੜੀਆਂ ਗੱਲਾਂ ਬਣਾਈਆਂ ਜਾ ਰਹੀਆਂ। ਇਹਨਾਂ ਗੱਲਾਂ ਦੇ ਉੱਤੇ ਕੋਈ ਯਕੀਨ ਨਾ ਕਰੋ, ਇਹ ਗੱਲਾਂ ਬਿਲਕੁਲ ਗਲਤ ਹੈਗੀਆਂ। ਤੇ ਜੇਕਰ ਮੈਂ ਆਪਣੀ ਆਈਸੋਲੇਸ਼ਨ ਕਰ ਰਿਹਾ ਤਾਂ ਇਹਦੇ ਵਿੱਚ ਕਿਸੇ ਨੂੰ ਕੀ ਸਮੱਸਿਆ ਹੋ ਸਕਦੀ ਹੈ? ਮਤਲਬ ਇਹ ਹੈ ਕਿ ਉਹਨੇ ਬਾਹਰ ਜਾਣਾ ਠੀਕ ਸਮਝਿਆ ਸੀ। ਸੋ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਨਵੀਆਂ ਪਰਤਾਂ ਖੁੱਲਣਗੀਆਂ ਇਹ ਸਮਾਂ ਬਿਆਨ ਕਰੂਗਾ। ਪਰ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਕਤਲ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਨਵੀਂ ਪਿਰਤ ਜੀ ਪੈ ਗਈ ਆ। ਕਦੇ ਕਿਹਨੂੰ ਫੋਨ ਆ ਗਿਆ, ਕਦੇ ਕਿਹਨੂੰ ਫੋਨ ਆ ਗਿਆ, ਇਹਨੂੰ ਧਮਕੀ ਦਾ ਫੋਨ ਆ ਗਿਆ, ਉਹਨੂੰ ਧਮਕੀ ਦਾ ਫੋਨ ਆ ਗਿਆ, ਇਹ ਤੋਂ 5 ਲੱਖ ਮੰਗ ਲਿਆ, ਇਹ ਤੋਂ 2.5 ਲੱਖ ਮੰਗ ਲਿਆ। ਤੁਸੀਂ ਦੇਖੋ OP ਸੋਨੀ ਡਿਪਟੀ CM ਨੇ ਸਾਬਕਾ, ਉਹਨਾਂ ਕੋਲੋਂ 10 ਲੱਖ ਮੰਗਿਆ, ਬੋਨੀ ਅਜਨਾਲਾ ਕੋਲੋਂ 2.5 ਲੱਖ ਰੁਪਇਆ ਮੰਗਿਆ, ਹਰਪ੍ਰਤਾਪ ਸਿੰਘ ਅਜਨਾਲਾ ਨੂੰ ਵੀ ਧਮਕੀ ਆਈ, ਉਹਨਾਂ ਤੋਂ ਵੀ ਪੈਸੇ ਮੰਗੇ। ਫਿਰ ਫਾਜ਼ਿਲਕਾ ਦੇ 2 ਦੁਕਾਨਦਾਰ ਆ 2-2 ਲੱਖ ਰੁਪਇਆ ਮੰਗਿਆ। ਇਹ ਇੱਕ ਨਵਾਂ ਰਿਵਾਜ ਚੱਲ ਪਿਆ, ਕਈ ਲੋਕ ਪੈਸੇ ਦੇ ਵੀ ਰਹੇ ਆ ਜਾਨ ਬਚਾਉਣ ਦੇ ਲਈ। ਬੰਦਾ ਇਹ ਸੋਚਦਾ ਵੀ ਯਾਰ ਜੇਕਰ ਖਹਿੜਾ ਛੁੱਟਦਾ 2 ਲੱਖ ਰੁਪਇਆ ਦੇ ਕੇ ਤਾਂ ਦੇ ਦਿੰਦੇ ਆ, ਪਤਾ ਕੋਈ ਨਹੀਂ ਸੱਚੀ ਮੁੱਚੀ ਨਾ ਗੈਂਗਸਟਰ ਹੋਣ, ਕੀ ਪਤਾ ਵੀ ਆਪਾਂ ਸੋਚੀ ਜਾਗੇ ਵੀ ਤਾਂ ਸ਼ਰਾਰਤੀ ਅਨਸਰ ਆ, ਲੁਟੇਰੇ ਆ, ਇਹ ਸੱਚੀ ਮੁੱਚੀ ਉੱਦਾਂ ਦੇ ਹੋਣ। ਸੋ ਲੋਕਾਂ ਦੇ ਮਨ ਵਿੱਚ ਕਈ ਕੁਝ ਚੱਲ ਰਿਹਾ। ਲੋਕ ਆਪਦੀ ਜ਼ਿੰਦਗੀ ਬਚਾਉਣ ਦੇ ਲਈ, ਹੁਣ ਜ਼ਿੰਦਗੀ ਜਿਉਣ ਦੇ ਲਈ ਹਰਜਾਨਾ ਭੁਗਤ ਰਹੇ ਆ, ਕਿਸ਼ਤ ਦੇ ਰਹੇ ਆ ਕਿ ਭਾਈ ਮੇਰੀ ਜ਼ਿੰਦਗੀ ਬਚੀ ਰਹੇ। ਬਾਲੀਵੁੱਡ ਦੇ ਵਿੱਚ ਅਸੀਂ ਇੱਦਾਂ ਦਾ ਕੁਝ ਸੁਣਦੇ ਰਹੇ ਹਾਂ, ਦੇਖਦੇ ਰਹੇ ਹਾਂ ਕਿ ਉੱਥੇ ਪੈਸੇ ਦੇ ਕੇ ਆਪਣੀ ਜਾਨ ਬਚਾਈ ਜਾਂਦੀ ਆ ਵੀ ਭਾਈ ਵੱਡੇ ਜਿਹੜੇ ਅੰਡਰਵਰਲਡ ਦੇ ਡਾਊਨ ਆ ਉਹਨਾਂ ਨੂੰ ਮਹੀਨਾ ਦਿੰਦੇ ਆ, 6 ਮਹੀਨੇ ਬਾਅਦ ਜਾਂ ਸਾਲ ਬਾਅਦ ਕਿਸ਼ਤ ਦਿੰਦੇ ਆ। ਇਹ ਕੁਝ ਪੰਜਾਬ ਦੇ ਵਿੱਚ ਵੀ ਚੱਲ ਪਿਆ ਤੇ ਪੰਜਾਬ ਦੇ ਵਿੱਚ ਜੋ ਇਹ ਪਰਤ ਚੱਲੀ ਹੈ ਇਹ ਕਦੋਂ ਕੁ ਰੁਕੂਗੀ? ਪੰਜਾਬ ਦੇ ਵਿੱਚ ਜੋ ਇਹ ਵਰਤਾਰਾ ਛਿੜਿਆ ਇਹ ਕਿੱਥੇ ਜਾ ਕੇ ਰੁਕੂਗਾ? ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਪੰਜਾਬ ਘੁੱਗ ਵਸਦਾ ਰਹੇ, ਹਰ ਕੋਈ ਚੜ੍ਹਦੀ ਕਲਾ ਦੇ ਵਿੱਚ ਰਹੇ, ਕਿਸੇ ਦੇ ਘਰ ਦੇ ਵਿੱਚ ਸੱਥਰ ਨਾ ਵਿਛੇ,
ਪੰਜਾਬ ਭਾਈਚਾਰਕ ਸਾਂਝ ਦੇ ਵਿੱਚ ਬੱਝਿਆ ਰਵੇ, ਕਲਾਕਾਰ ਚੰਗੇ ਗੀਤ ਗਾਉਣ, ਪੱਤਰਕਾਰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ, ਰਾਜਨੀਤਿਕ ਲੋਕ ਭੜਕਾਊ ਗੱਲਾਂ ਨਾ ਕਰਨ, ਉਹ ਪੰਜਾਬ ਦਾ ਕੁਝ ਸੰਵਾਰਨ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਫਿਲਹਾਲ ਜਾਣਕਾਰੀ ਇੰਨੀ ਹੀ। ਕੱਲ੍ਹ ਨੂੰ ਇਸੇ ਵੇਲੇ ਖਬਰਾਂ ਦੇ ਆਰ ਪਾਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।